ਓਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਜਿਨ ਕਲ ਰਾਖੀ ਮੇਰੀ। ਸ਼ਲੋਕ। ਖਾਤ ਖਰਚਤ ਬਿਲਛਤ ਰਹੈ, ਟੂਟ ਨਾ ਜਾਹੇ ਭੰਡਾਰ। ਹਰ ਹਰ ਜਪਤ ਅਨੇਕ ਜਨ, ਨਾਨਕ ਨਾਹੀਂ ਸੁਮਾਰ। ਪੌੜੀ। ਖੱਖਾ ਖੂਨਾ ਕਛ ਨਹੀਂ, ਤਿਸ ਸਮਰਥ ਕੈ ਪਾਹੇ। ਜੋ ਦੇਨਾ ਸੋ ਦੇ ਰਹਿਓ, ਭਾਵੈ ਤਹ ਤਹ ਜਾਇ। ਖਰਚ ਖਜ਼ਾਨਾ ਨਾਮ ਧਨ, ਯਾ ਭਗਤਨ ਕੀ ਰਾਸ। ਖਿਮਾ ਗਰੀਬੀ ਅਨੰਦ ਸਹਿਜ, ਜਪਤ ਰਹੈ ਗੁਣ ਤਾਸ। ਖੇਲੈ ਬਿਗਸੈ ਅਨੰਦ ਸਿਉ, ਜਾ ਕੋ ਹੋਤ ਕਿਰਪਾਲ। ਸਦੀਵ ਗਨੀਵ ਸੁਹਾਵਣੀ, ਰਾਮ ਨਾਮ ਗ੍ਰਹਿ ਮਾਲ। ਖੇਦ ਨਾ ਦੁਖ ਨਾ ਡਾਨ ਤਹਿ, ਜਾ ਕੋ ਨਦਰ ਕਰੀ। ਨਾਨਕ ਜੋ ਪ੍ਰਭ ਭਾਣਿਆ, ਪੂਰੀ ਤਿਨਾ ਪਰੀ। ਖੇਦ ਨਾ ਦੁਖ ਨਾ ਡਾਨ ਤਹਿ, ਜਾ ਕੋ ਨਦਰ ਕਰੀ। ਨਾਨਕ ਜੋ ਪ੍ਰਭ ਭਾਣਿਆ, ਪੂਰੀ ਤਿਨਾ ਪਰੀ। ਵਾਹਿਗੁਰੂ ਜੀ ਕਾ ਖਾਲਸਾ,
वाहिगुरु जी की फतेह। जुगो जुग अटल चवर छत्र तख्त दे मालक, हाजरा हजूर जहरा जहूर सर्व कला भरपूर। समरथ सतगुरु धन धन श्री गुरु ग्रंथ साहिब महाराज, जिन्हां दी पावन पवित्र मुकद्दस गोद अंदर ढलदी शाम दे नाल सतगुरां दे पावन दरबार सजे हन। रोजाना दी तरह नितनेम भाई साहब पासों रहरास साहब जी दी बाणी सरवण कीती है। उपरंत अरदास हुक्मनामा साहब बख्शिश होया आप जी ने सरवण कीता। बिन सतगुर सेवे जी के बंधना विच हउमे कर्म कमाए। गुरु पातशाह इस पावन शब्द दे बोलां दे नाल सानू निवाजना कीता है। अगलेरा समा जो है गुर शब्द विवेचन दा है, गुर शब्द व्याख्या दा है। सो लड़ीवार 52 अखरी जो कि असी कई रोज़ तो पानी प्रारंभ की है, उहदी 18वीं पौड़ी अते सलोक आप जी ने हुणे सरवण कीता। आओ इसे ही पावन शब्द दी विचार धन गुरु अर्जुन देव महाराज जी, दयालु कृपालु सतगुरु कृपा करके आप ही करवा लैन। जिन्ने क हाजरीन हाजिर बैठे हो, मन विरती दी एकाग्रता हो सके, एक बार सब रसना पवित्र करो। वाहे गुरु 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 वाहे गुरु। गुरु अर्जुन देव महाराज अगला 52 अखरी दा अखर है खखा। 18वां यह जोड़ा पदा है सलोक ते नाल पौड़ी है। सतगुरु पातशाह कहंदे खात खर्चत बिलछत रहे, टूट न जाहे भंडार। हर हर जपत अनेक जन, नानक नाहे सुमार। मनुख जीवन जाचना दे अंदर खात खर्चत जिहड़े शब्द ने, खाना खर्चना, ये सरीरक तौर पर असी फिजिकल तौर पर कुछ खांदे हाँ, पदार्थ छकते हाँ, खात खर्चत। दूसरा खर्चना होंदा है, खर्चत। दूसरा खर्चत होंदा है। खर्चत होंदा है किसी चीज़ का खर्च करना, किसी चीज़ नूं खारिज करना, खत्म करना, खर्चदे उन्होंने। तो दोनों साडा फिजिकल तौर पर असीं भावें पदार्थ छकीए तो भावें पदार्थां नूं छकदे रहीए, खर्चना तो खर्चत है। पर मन तौर पर जिहड़ा, मानसिक तौर पर जिहड़ा है,
मन के तौर पर ਇਹਦੇ ਤੇ ਵੀ ਅਸੀਂ ਬਹੁਤ ਕੁਝ ਖਰਚਦੇ ਹਾਂ। ਜਿਵੇਂ ਸਵੇਰ ਤੋਂ ਲੈ ਕੇ ਹੁਣ ਤੱਕ ਜਿੰਨੇ ਸਾਨੂੰ ਸਵਾਸ ਮਿਲੇ ਸੀ ਬੜੇ ਖਰਚ ਕਰ ਦਿੱਤੇ ਅਸੀਂ, ਇਹ ਵੀ ਖਰਚਦੇ ਹਾਂ। ਸਾਡਾ ਮਨ ਜਿਹੜਾ ਹੈ ਸਵੇਰ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਖਾ ਚੁੱਕਿਆ ਹੈ, ਕਿੰਨੇ ਕੁ ਵਿਚਾਰਾਂ 'ਚ ਖਾ ਚੁੱਕਿਆ ਹੈ, ਕਿੰਨੇ ਕੁ ਵਿਚਾਰਾਂ ਨੂੰ ਗ੍ਰਹਿਣ ਕਰ ਚੁੱਕਿਆ ਹੈ। ਇਹ ਖਾਦ ਖਰਚਤ ਹੈ। ਵੈਸੇ ਤਾਂ ਅਸੀਂ ਸੰਸਾਰਕ ਤੌਰ 'ਤੇ ਬਹੁਤ ਖਾਦ ਖਰਚ ਦੀ ਗੱਲ ਕਰਦੇ ਹਾਂ, ਜੋ ਅਸੀਂ ਛਕਦੇ ਹਾਂ, ਖਾਂਦੇ ਹਾਂ, ਬਾਹਰੋਂ ਖਰਚਦੇ ਹਾਂ, ਬਸ ਇਹੀ ਹੈ। ਕਿਉਂਕਿ ਕੁਝ ਚੀਜ਼ ਖਰਚਤ ਹੁੰਦੀ ਹੈ ਅਤੇ ਉਹਦੇ ਬਦਲੇ ਕੁਝ ਖਾਣ ਨੂੰ ਮਿਲਦਾ ਹੈ। ਖਾਤ ਖਰਚਤ ਬਿਲਚਤ ਰਹੇ, ਟੂਟ ਨ ਜਾਹੇ ਭੰਡਾਰ। ਪਰ ਵਾਹਿਗੁਰੂ ਜੀ ਨੇ, ਸਤਿਗੁਰੂ ਜੀ ਨੇ ਕੁਝ ਇਸ ਤਰ੍ਹਾਂ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਜਿਹੜਾ ਸ਼ਬਦ ਹੈ ਨਾ, ਸ਼ਬਦ ਇਹ ਖਾਇਆ ਅਤੇ ਖਰਚਤ ਕੀਤਿਆਂ ਬਾਬਾ ਜੀ ਕਹਿੰਦੇ ਭੰਡਾਰ ਮੁੱਕਦਾ ਨਹੀਂ ਹੈ। ਬਾਕੀ ਸੰਸਾਰ ਦੇ ਵਿੱਚ ਜੋ ਕੁਝ ਵੀ ਹੈ ਸਭ ਕੁਝ ਖਤਮ ਹੋ ਜਾਂਦਾ ਹੈ ਸਮਾਂ ਪਾ ਕੇ। ਜੇ ਪਦਾਰਥ ਨਹੀਂ ਨਾ ਮੁੱਕੇ ਸੰਸਾਰ ਦੇ ਵਿੱਚੋਂ, ਜੇ ਅਸੀਂ ਦੇਖੀਏ ਮਿੱਟੀ ਦੇ ਵਿੱਚ ਅੱਜ ਤੱਕ ਕਦੋਂ ਤੋਂ ਕੀ ਕੁਝ ਉੱਗਦਾ ਹੈ, ਪੈਦਾ ਹੋ ਰਿਹਾ, ਸਭ ਛਕੀ ਜਾ ਰਹੇ ਨੇ, ਪਰ ਆਖਰਕਾਰ ਕੀ ਹੁੰਦਾ ਹੈ? ਇਹ ਤਾਂ ਧਰਤੀ ਦੇ ਵਿੱਚ ਜੋ ਕੁਛ ਪਾਇਆ ਸੋ ਏਕਾ ਵਾਰ, ਪਰ ਜਿਹੜਾ ਖਾਣ ਵਾਲਾ ਹੁੰਦਾ ਫਿਰ ਉਹ ਖਤਮ ਹੋ ਜਾਂਦਾ ਹੈ। ਜੇ ਸ੍ਰਿਸ਼ਟੀ 'ਚੋਂ ਕੋਈ ਚੀਜ਼ ਨਹੀਂ ਮੁੱਕਦੀ ਹੈ, ਇਸ ਲਈ ਇਹ ਜਿਹੜਾ ਖਾਤ ਖਰਚਤ ਬਾਹਰੀ ਤਲਦਾ ਹੈ ਨਾ, ਇਹ ਕਿਸੇ ਨਾ ਕਿਸੇ ਮੁਕਾਮ 'ਤੇ ਜਾ ਕੇ ਐਟਲੀਸਟ ਐਂਡ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਖਤਮ ਹੋ ਜਾਂਦਾ ਹੈ। ਹਰ ਚੀਜ਼ ਦਾ ਹੈ, ਹਰ ਚੀਜ਼ ਦੀ, ਜਿਹਨੂੰ ਅਸੀਂ ਸੌਖੇ ਸ਼ਬਦਾਂ 'ਚ ਅੱਜ ਦੀ ਮਾਡਰਨ ਲੈਂਗੁਏਜ ਵਿੱਚ ਕਹਿ ਸਕਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਐਕਸਪਾਇਰੀ ਡੇਟ। ਈਵਨ ਪਹਿਲਾਂ ਸਮਿਆਂ 'ਚ ਨਹੀਂ ਕੋਈ ਲਿਖਦਾ ਸੀ, ਬਣਾ ਦੇਣਾ ਲੋਕਾਂ ਨੇ ਵੀ ਬਣਨਾ, ਪਰ ਹੁਣ ਤਾਂ ਲਿਖਣਾ ਪੈਂਦਾ ਹੈ। ਜਿਹੜੀ ਵਸਤੂ ਬਣਦੀ ਹੈ ਉਹਦੀ ਐਕਸਪਾਇਰੀ ਡੇਟ ਦੱਸਣੀ ਪੈਂਦੀ ਹੈ ਹਰ ਕੰਪਨੀ ਨੂੰ, ਉਹਦੇ 'ਤੇ ਬਾਕਾਇਦਾ ਲਿਖਣਾ ਪੈਂਦਾ ਹੈ MRP ਕੀ ਇਹਦੀ ਹੈ, ਵਧਿਆ ਬਣੀ ਕਦੋਂ ਹੈ, ਇਹਦੀ ਐਕਸਪਾਇਰੀ ਜਿਹੜੀ ਡੇਟ ਹੈ ਕਦ ਦੀ ਹੈ। ਉਹਦਾ ਮਤਲਬ ਕੀ ਹੈ ਵੀ ਇਸ ਤੋਂ ਬਾਅਦ ਇਹ ਯੂਜ਼ਲੈਸ ਹੈ, ਇਹਨੂੰ ਅਸੀਂ ਵਰਤੋਂ ਵਿੱਚ ਨਹੀਂ ਲਿਆ ਕੇ ਸਕਦੇ। ਇਹ ਜਿਹੜੀ ਕਿਸੇ ਵੀ ਚੀਜ਼ ਦੀ ਵਰਤੋਂ ਹੈ, ਉਹਦੀ ਭੋਗਣਾ ਹੈ ਜਾਂ ਉਹਦਾ ਖਰਚ ਕਰਨਾ ਜਾਂ ਉਹਦਾ ਛਕਣਾ ਹੈ, ਉਹ ਇੱਕ ਲਿਮਟ ਵਿੱਚ ਹੈ। ਭਾਵੇਂ ਮੈਂ ਬੇਨਤੀ ਕਰ ਰਿਹਾ ਵੀ ਆਖਰ ਤਾਂ ਭੰਡਾਰ ਮੁੱਕ ਹੀ ਜਾਂਦਾ ਹੈ ਨਾ ਕਿਸੇ ਨਾ ਕਿਸੇ ਵਸਤੂ ਦਾ, ਉਹਦੀ ਇੱਕ ਲਿਮਿਟ ਹੈ। ਕੱਪੜਾ ਪਹਿਨਦੇ ਆਖਰਕਾਰ ਕੱਪੜਾ ਹੀ ਕੱਸ ਜਾਏਗਾ। ਬਾਣੀ ਨੇ ਲਿਖਿਆ ਖਾਂਦਿਆਂ ਮੂੰਹ ਕੁੱਠਾ, ਪਦਾਰਥਾਂ ਦੇ ਸਕਦਿਆਂ ਇਹ ਜਿਹੜਾ ਸਾਡਾ ਮੂੰਹ ਹੈ ਇਹ ਵੀ ਹੈ। ਪਹਿਨਦਿਆਂ ਨੂੰ ਸਰੀਰ ਹੈ, ਆਖਰਕਾਰ ਇਹਦੇ 'ਤੇ ਕੋਈ ਵੈਲਿਊ ਨਹੀਂ ਰਹਿ ਜਾਂਦੀ। ਕਹਿਣ ਤੋਂ ਮੁਰਾਦ ਹੈ ਹਰ ਵਸਤੂ ਦੀ ਇੱਕ ਸੀਮਾ ਹੈ, ਇੱਕ ਲਿਮਿਟ ਹੈ, ਜਿੱਥੇ ਜਾ ਕੇ ਉਸ ਨੇ ਖਤਮ ਹੋ ਜਾਣਾ ਹੁੰਦਾ ਹੈ। ਤਾਂ ਗੁਰੂ ਬਾਬਾ ਜੀ ਸਮਝਾਉਣਾ ਇਹ ਚਾਹੁੰਦੇ ਨੇ ਵੀ ਸੰਸਾਰ ਦੇ ਵਿੱਚ ਹਰ ਇੱਕ ਚੀਜ਼ ਜੋ ਵੀ ਬਣੀ ਹੈ ਉਹਦੇ ਇੱਕ ਸਮੇਂ 'ਤੇ ਜਾ ਕੇ ਉਹਦਾ ਸਮਾਂ ਨਿਸ਼ਚਿਤ ਹੈ, ਉਹ ਭੰਡਾਰ ਨੇ ਮੁੱਕ ਜਾਣਾ ਹੈ, ਭਾਵੇਂ ਕਿਸੇ ਚੀਜ਼ ਦਾ ਹੋਵੇ। ਪਰ ਹਾਂ ਇੱਕ ਭੰਡਾਰ ਹੈ, ਉਹ ਹੈ ਸ਼ਬਦ ਦਾ, ਉਹ ਨਹੀਂ ਮੁੱਕਦਾ ਹੈ। ਪਰ ਉਹ ਸ਼ਬਦ ਵੀ ਕਿਹੜਾ ਹੋਵੇ? ਬਾਬਾ ਜੀ ਕਹਿੰਦੇ ਜਿਹੜਾ ਪਰਮੇਸ਼ਰ ਦੇ ਰਾਹ ਦੇ ਉੱਪਰ ਚੱਲਦਾ ਹੈ। ਸ਼ਬਦ ਤਾਂ ਦੇਖੋ ਤੁਸੀਂ ਸਵੇਰ ਤੋਂ ਲੈ ਕੇ ਜਦ ਤੋਂ ਅਸੀਂ ਜਾਗੇ ਹਾਂ, ਜਦ ਤੱਕ ਸੌਣਾ ਹੈ, ਪੂਰਾ ਦਿਨ ਸਾਡੇ ਕੋਲ ਕੀ ਹੈ? ਸ਼ਬਦ ਨੇ। ਸ਼ਬਦ ਹੀ ਕਲੈਕਟ ਕਰ ਰਹੇ ਹਾਂ, ਸਵੇਰ ਤੋਂ ਲੈ ਕੇ ਇਕੱਠੇ ਕਰ ਰਹੇ ਹਾਂ, ਜੋ ਸੋਚ ਰਹੇ ਹਾਂ, ਜੋ ਦੇਖ ਰਹੇ ਹਾਂ, ਜੋ ਸੁਣ ਰਹੇ ਹਾਂ, ਜੋ ਬੋਲ ਰਹੇ ਹਾਂ, ਇਹ ਸ਼ਬਦ ਨੇ। ਇਹਦਾ ਭੰਡਾਰ ਹੈ। ਨਵਾਂ ਸਾਡੀ ਸੁਰਤ ਤੱਕ ਸਾਡੇ ਬਣੀ ਜਾਂਦੇ ਨੇ। ਇਹਨੂੰ ਕੋਈ ਬਣਾਉਣ ਵਾਸਤੇ ਸ਼ਬਦਾਂ ਨੂੰ ਕੋਈ ਜਿਹੜੀ ਹੈ ਕੋਈ ਮਸ਼ੀਨ ਦੀ ਲੋੜ ਨਹੀਂ ਹੈ। ਸ਼ਬਦ ਨੇ ਬੰਦਾ ਬਣਦੇ ਹੀ ਰਹਿਣੇ ਨੇ, ਬਣਦੇ। ਪਰ ਗੁਰੂ ਬਾਬਾ ਜੀ ਕਹਿੰਦੇ ਜਿਹੜਾ ਸ਼ਬਦ ਹੈ ਨਾ ਨਾਮ ਦਾ, ਇਹ ਅਖੁੱਟ ਹੈ। ਬਾਣੀ ਦੀ ਇੱਕ ਪੰਕਤੀ ਪੜ੍ਹ ਲਈਏ, ਸਮਝ ਆ ਜਾਏਗੀ। ਗੁਰੂ ਪਾਤਸ਼ਾਹ ਨੇ ਕਹਿੰਦੇ ਨੇ ਤਿੱਚਰ ਮੂਲ ਨਾ ਥੁੜਿੰਦੋ। ਅਸੀਂ ਜਦੋਂ ਸਮਾਪਨੀ ਭੋਗ ਪੈਂਦਾ ਹੈ ਨਾ, ਉਹਦੇ ਵਿੱਚ ਲਾਸਟ ਪੰਕਤੀਆਂ ਨੇ ਜਾ ਕੇ ਤਿੱਚਰ ਮੂਲ ਨਾ ਥੁੜਿੰਦੋ
जिचर आप किरपाल। शब्द अखुट बाबा नानका, खाहे खर्च तन माल। गुरु पातशाह कहते तिचर उन्ना चिर, तिचर मूल ना थुड़िंदो, थोड़ा जिहा भी नहीं घटदा है। जिन्ना चिर चिचर आप किरपाल, जिन्ना चिर रब जी की किरपा है, इहदे कोले भंडार नहीं मुकदा है। शब्द अखुट है, बाबा जी कहते शब्द अखुट है। शब्द अखुट बाबा नानका, खाहे खाहे जिन्ना मर्जी छकी जा, खर्च खर्च करी जा, धन माल भरिया है भंडार। ये घटदा नहीं है। तुसीं देखो जिन्नी जे असीं कि नॉलेजमेंट के आधार पर जिन्नी दुनिया ने नॉलेज कलैक्ट की है, ज्यों ज्यों अगे भी वध रही है, ये घट थोड़ी रही है, वधी जा रही है सारी की सारी। पहला विस्तार किते जाके सी, हुण होर कुछ नवीं 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 काढ़ां जिहड़ियां निकल रही ने, नवीं नवीं जिहड़ियां असीं देख रहे हैं प्राप्तियां हो रही ने, पर काहदे राही? बंदे दी व्यू राही। उन्होंने एक्सप्लेनेशन वास्ते, उन्होंने समझण वास्ते, भावें मीडिया के उपर है, भावें सानू जो कुछ भी असी किताबां राही है, वो विस्तार है, सारा शब्दों का विस्तार है। पर यह शब्द जाके किते धीमे ते पै जाते ने, वो उस चीज़ ते आके कहते नहीं 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 ये नहीं ठीक, इनू होर बदलो। पर जिहड़ा नाम का शब्द अखुट है, बाबा जी कहते यह धन अखुट, यह धन अखुट, अखुट हुंदा जिहड़ा घटे ना। ये शब्द अखुट जिहड़ा कदे भी नहीं घटदा, ये धन अखुट ना नखुट है, कदे घटदा ही नहीं, ना जाए कदे नाश भी नहीं हुंदा, कदे खत्म भी नहीं हुंदा, ये मरदा नहीं है। इनू फिर समझना पेगा। जिस शब्द तो प्रकृति बनी है, उस शब्द सारा बरत रहा है। जो महाराज कहते साचे ते पवना पिया, पवने ते जल होए, जल ते तिरपण साजिया, कट कट जोत समोए। सच की सी? शब्द से। ये शब्द ही सारी प्रकृति दे विच है, ये घटदा नहीं है। शब्द शब्द तो ही सारा कुछ बनया है। तो बाबा जी कहते जिन्ना कुछ भी है ना, है ही अखरां दे नाल, शब्दां दे नाल। अखरी नाम, अखरी सलाह, अखरी ज्ञान गीत गुण गा, अखरी लिखण बोलण बाण, अखरां सिर संजोग बखान। जिन एह लिखे तिस सरना है। जिस वाहिगुरू ने सृष्टि के उत्ते लिखे ने, ओहदे ते नहीं लागू हुंदे, पर सारा कुछ अखरी है, शब्दां विच है। इसलिए कहते खात खर्च बिल छत रहे। इस नाम नूं तू छकदा रहे। छकना किनी है? आ साडे मुख राही थोड़ी खाना है। जे असी कहीए भी इस नाल इहदे नाल पदार्थ खाने आ, दोपहरे रोटी खाधी है, सवेरे खाधी है, हुण फिर खानी है, तो इसदा मतलब की होया? उहदा आधार भी, उहदा जिहड़ी चीज़ खाधी है वो फिर लोड़ मंगदी है। इत्थे कहंदे खात खा, खर्च खर्च, फिर बिलछत आनंद रहे टूट न जाए भंडार। इहदा भंडार मुकदा नहीं है। ये की है? ये वो है जिहदे नाल आधार आउंदा। जिवें असीं पढ़दे हैं भी साचा नाम मेरा आधारो। सच नाम का आधार है। फिर सच नाम दे नाल की होया? सच नाम आधार मेरा, जिन भुखा सब गवाइयां, सारियां भुखा खत्म कर दी। मतलब खाण दी जिहड़ी खाण वाली है ना साडी बॉडी, तो जिन्ना चिर शरीर है ये तो खाण नूं मंगेगी मंगेगी, किसी रूप च मंगे। इसदा मतलब थोड़ी है, क्योंकि बनाया ही प्रकृति रूल ऑफ क्रिएशन है, इन्हें कुछ ना कुछ मंगने। पर असलीयत विच साडे माइंड की गल है। मन खाना नहीं बंद करता है, ये खांदा ही रहिंदा है, मरण तक भी खांदा रहिंदा है, कुछ ना कुछ अलापता रहिंदा है। ये साडे माइंड की गल है। पर जिस दिन इहनूं नाम का शब्द मिलता है ना, फिर इहदी डिमांड घटदी है। असलीयत विच इहनूं शांति कहंदे ने। विचारां करके असीं दुखी हुंदे आ, विचारां करके खुश हुंदे आ। मैं रात भी जिक्र कर रहा सी, इहदे नाल कोई फर्क नहीं पैंदा कि दुख है या सुख है। बंदा दोनों चीज़ों च दुखी सुखी रह सकता है। बंधन है ना जिहड़ा अज सवेरे हुक्मनामा आया, बिन सतगुर सेवे जी के बंधना। अगर तुसी सतगुरु नूं सेविया नहीं ना, बाकी सब कुछ बंधन है।
ਜਿਹੜਾ ਜੀਵਨ ਹੈ ਸਾਰੇ ਦਾ ਸਾਰਾ ਮਹਾਰਾਜ ਕਹਿੰਦੇ ਵਿੱਚ ਹਉਮੈ ਕਾਰ ਕਮਾਏ, ਜੋ ਕੁਝ ਵੀ ਕਰ ਰਹੇ ਈਗੋ ਦੇ ਅਧੀਨ, ਸਾਰੇ ਦਾ ਸਾਰਾ ਤੈਨੂੰ ਬੰਧਨ ਹੈ। ਸਪੋਜ਼ ਕਰੋ, ਮੈਂ ਸਵੇਰ ਵੀ ਸ਼ਾਇਦ ਐਗਜ਼ਾਮਪਲ ਦਿੱਤੀ ਸੀ, ਇੱਕ ਮੱਝ ਹੈ, ਉਹਦੇ ਗਲ ਵਿੱਚ ਸੰਗਲ ਪਾਇਆ ਹੈ। ਅਸੀਂ ਅਕਸਰ ਸੌਖੀ ਜਿਹੀ ਉਦਾਹਰਨ ਹੈ, ਫਿਰ ਉਹ ਕੀ ਹੈ, ਅਸੀਂ ਆਖਾਂਗੇ ਉਹ ਬੰਧਨ ਵਿੱਚ ਹੀ ਹੈ, ਬੰਨੀ ਹੋਈ ਹੈ ਨਾ, ਬੰਧਨ ਨੂੰ ਬੰਨਣੀ ਕਹਿੰਦੇ ਹਾਂ ਅਸੀਂ। ਅੱਛਾ, ਉਹਦੇ ਗਲ ਵਿੱਚ ਲੋਹੇ ਦਾ ਸੰਗਲ ਪਾਇਆ, ਬੰਨੀ ਹੋਈ ਹੈ ਨਾ, ਕਿੰਨੇ ਦਾ ਹੋਵੇ, ਸਸਤਾ ਜਿਹਾ ਹੁੰਦਾ ਲੋਹੇ ਦਾ ਸੰਗਲ, ਚਲੋ ਉਹ ਉਤਾਰ ਦਿਓ, ਉਹਦੇ ਤਾਂਬੇ ਦਾ ਪਾ ਦਿਓ, ਫਿਰ ਵੀ ਬੰਨਣੀ ਚਾਹੀਏ। ਨਹੀਂ ਤਾਂਬੇ ਦਾ ਵੀ ਉਤਾਰ ਦਿਓ, ਸੋਨੇ ਦਾ ਸੰਗਲ ਪਾ ਦਿਓ। ਗਲ ਵਿੱਚ ਸੋਨੇ ਦਾ ਸੰਗਲ ਹੈ, ਤੇ ਜੇ ਉਹਨੂੰ ਕੁਝ ਖਾਣ ਨੂੰ ਦੇਵੋ, ਉਹ ਵੀ ਕਿਸੇ ਚਾਂਦੀ ਦੇ ਬਰਤਨ 'ਚ ਪਾ ਦਿਓ, ਫਿਰ ਕੀ ਹੋਏਗਾ, ਹੈ ਤਾਂ ਬੰਧਨ 'ਚ ਹੀ ਹੈ ਨਾ, ਭਾਵੇਂ ਸੋਨੇ ਦਾ ਹੀ ਹੋਵੇ। ਇੱਕ ਇਸ ਪਦਾਰਥਾਂ ਕਰਕੇ ਬੰਦਾ ਬੜਾ ਆਪਦਿਆ ਉੱਚਾ ਹੈ, ਇੱਕ ਪਦਾਰਥਾਂ ਕਰਕੇ ਨੀਵਾਂ ਹੈ, ਪਰ ਬਾਬਾ ਜੀ ਕਹਿੰਦੇ ਦੋਨੀ ਬੰਧਨ ਵਿੱਚ ਨੇ, ਇਹ ਕੋਈ ਮੈਟਰ ਨਹੀਂ ਕਰਦਾ। ਕਿਉਂ? ਕਿਉਂਕਿ ਜੀ ਦੇ ਬੰਧਨ ਨੇ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨ ਹੈ। ਜੀ ਕੇ ਸਾਡੇ ਮਾਈਂਡ ਦਾ ਬੰਧਨ ਹੈ, ਮਨ ਕਰਕੇ ਬੰਧਨ ਹੈ, ਮਨ ਨੇ ਗ੍ਰਿਪ ਕੀਤਾ ਹੋਇਆ ਉਹਨੂੰ। ਜਦ ਤੱਕ ਇਹਨੂੰ ਸੱਚ ਦਾ ਨਾਮ ਦਾ ਆਧਾਰ ਨਹੀਂ ਆਉਂਦਾ, ਉਹਨਾਂ ਚਿਰ, ਜਿੰਨਾ ਚਿਰ ਇਹ ਸੱਚ ਦੇ ਨਾਮ ਨੂੰ ਨਹੀਂ ਛਕਦਾ। ਫਿਰ ਮੈਂ ਥੋੜ੍ਹਾ ਜਿਹਾ ਇਹਨੂੰ ਬਿਆਨ ਕਰਾਂ, ਜਿੰਨਾ ਕੁਝ ਅਸੀਂ ਸੋਚਦੇ ਹਾਂ ਸਾਡਾ ਮਨ ਉਹ ਖਾਂਦਾ ਹੈ। ਮਨ ਦੀ ਖੁਰਾਕ ਕੀ ਹੈ? ਦਾਸ ਨੇ ਜਿਹੜੀ ਕਿਤਾਬ ਲਿਖੀ ਹੈ, ਉਹਦੇ ਪਹਿਲੀ ਸ਼ਾਇਦ ਪੋਇਟਰੀ ਆ ਉਹਦੇ ਵਿੱਚ, ਉਹਦੇ 'ਚ ਇਹੀ ਲਿਖਿਆ ਹੈ ਮਨ ਬਾਰੇ ਹੈ ਕਿ ਮਨ ਕੀ ਹੈ? ਮਨ ਕੋਈ ਉਹ ਥੋੜ੍ਹੀ ਹੈ, ਕੋਈ ਵਸਤੂ ਥੋੜ੍ਹੀ ਹੈ। ਮਨ ਫੁਰਨੇ ਨਹੀਂ, ਮਨ ਵਿਚਾਰਾਂ ਦੀ ਖੁਰਾਕ, ਭਾਵੇਂ ਪੁੰਨ ਭਾਵੇਂ ਪਾਪ। ਮਨ ਕੀ ਹੈ? ਮਨ ਤਾਂ ਇਵੇਂ ਚਲਾ ਰਿਹਾ, ਵਿਚਾਰ ਨੇ, ਵਿਚਾਰੀ ਮਨ ਨੇ, ਜਿਹੜੇ ਜਿਸ ਤਰ੍ਹਾਂ ਦੇ ਸਾਡੇ ਵਿਚਾਰ ਚੱਲ ਰਹੇ ਨੇ, ਸਾਡਾ ਮਨ ਉਹੀ ਖਾ ਰਿਹਾ ਹੈ, ਉਹ ਖੁਰਾਕ ਆ ਮਨ ਦੀ। ਮਨ ਦੀ ਖੁਰਾਕ ਕੀ ਹੈ? ਫਿਰ ਵਿਚਾਰ। ਹੁਣ ਜੇ ਅਸੀਂ ਕਹਿੰਦੇ ਹਾਂ ਵੀ ਨਹੀਂ ਇਸ ਤਰ੍ਹਾਂ ਦੇ ਵਿਚਾਰ, ਇਸ ਤਰ੍ਹਾਂ ਦੇ ਵਿਚਾਰ, ਇਸ ਤਰ੍ਹਾਂ ਦੇ ਵਿਚਾਰ, ਗੁਰੂ ਬਾਬਾ ਜੀ ਕਹਿੰਦੇ ਜਦ ਤੱਕ ਤੇਰੇ ਕੋਲੇ ਸਤਿਗੁਰੂ ਦੀ ਵਿਚਾਰ ਨਹੀਂ ਆਉਂਦੀ, ਉਹਨਾਂ ਤਰ ਇਹ ਵੀ ਗੱਲ ਹੈ। ਸ਼ਬਦ ਜਿਹੜਾ ਨਾ, ਮੰਨ ਲਓ ਤੁਸੀਂ ਵਾਹਿਗੁਰੂ ਕਹਿ ਲਓ, ਰਾਮ ਕਹਿ ਲਓ, ਅਸੀਂ ਕਈ ਵਾਰੀ ਸੁਣਦੇ ਹਾਂ ਜੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾ, ਇਹਦਾ ਮਤਲਬ ਕੋਈ ਪੁੱਛੋ ਕਹਿ ਲਓ, ਇਹਦਾ ਕੋਈ ਮੈਟਰ ਨਹੀਂ। ਕਾਰਨ ਕੀ ਹੈ? ਕਿਉਂ ਨਹੀਂ ਹੈਗਾ? ਕਿਉਂਕਿ ਜਿੱਥੇ ਸਾਡੀ ਆਤਮਾ ਦਾ ਬੰਧਨ ਟੁੱਟ ਜਾਂਦਾ ਹੈ, ਉੱਥੇ ਜਾ ਕੇ ਸ਼ਬਦ, ਇਹ ਸ਼ਬਦ ਹੀ ਹੈ, ਇਹ ਵੀ ਰੁਕ ਜਾਂਦਾ ਹੈ। ਵਾਹਿਗੁਰੂ ਸ਼ਬਦ ਹੈ, ਇਹ ਵੀ ਰੁਕ ਜਾਂਦਾ ਹੈ। ਇਸ ਲਈ ਗੁਰੂ ਮਹਾਰਾਜ ਇਹਨੂੰ ਕਹਿੰਦੇ ਨੇ, ਇਹ ਸਾਡੇ ਮਨ ਦੀ ਖੁਰਾਕ ਹੈ। ਪਰ ਜਦ ਇਹਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਖੁਰਾਕ ਹੁੰਦੀ ਹੈ, ਫਿਰ ਇਹ ਅਖੁੱਟ ਸ਼ਬਦ ਹੈ, ਇਹ ਇਹਨੂੰ ਅੰਦਰੋਂ ਸ਼ਾਂਤ ਕਰਦਾ ਹੈ। ਇਹ ਇਸ ਨਾਲ ਇੱਕ ਵਿਚਾਰ ਕਰਕੇ ਅਸੀਂ ਦੁਖੀ ਹੁੰਦੇ ਹਾਂ, ਇੱਕ ਵਿਚਾਰ ਕਰਕੇ ਅਸੀਂ ਸੁਖੀ ਹੁੰਦੇ ਹਾਂ, ਦੋਨਾਂ ਦੇ। ਪਰ ਇੱਕ ਵਿਚਾਰ ਕਰਕੇ ਨਾ ਸਾਨੂੰ ਦੁੱਖ ਦਾ ਅਹਿਸਾਸ ਹੈ ਤੇ ਨਾ ਸਾਨੂੰ ਸੁੱਖ ਦਾ ਅਹਿਸਾਸ ਹੈ, ਉਹ ਤੋਂ ਪਰੇ ਹੋ ਜਾਂਦੇ ਹਾਂ। ਉਹ ਹੈ ਨਾਮ, ਸੱਚਾ ਨਾਮ ਮੇਰਾ ਆਧਾਰੋ। ਤਾਂ ਗੁਰੂ ਮਹਾਰਾਜ ਕਹਿੰਦੇ ਖਾਤ ਖਰਚਤ ਬਿਲਛਤ ਰਹੇ, ਆਨੰਦ ਵਿੱਚ ਰਹੇ, ਭੰਡਾਰ ਨਹੀਂ ਮੁੱਕਦਾ। ਸ਼ਬਦੋ ਖੁੱਟ ਬਾਬਾ ਨਾਨਕਾ, ਖਾਏ ਖਰਚ ਧਨ, ਇਹ ਐਸਾ ਨਾਮ ਦਾ ਧਨ ਹੈ ਜਿਹਨੂੰ ਮਰਜ਼ੀ ਆਓ। ਮਹਾਰਾਜ ਕਹਿੰਦੇ ਇਸ ਲਈ ਇਹ 'ਚ ਕੋਈ ਕਮੀ ਨਹੀਂ, ਟੋਟ ਨਾ ਆਵੇ ਵੱਧ ਤੋਂ ਜਾਈ, ਇਹ ਟੋਟ ਨਹੀਂ ਆਉਂਦੀ, ਵੱਧਦਾ ਹੀ ਜਾਂਦਾ ਹੈ, ਇਹ ਘਟਦਾ ਨਹੀਂ, ਕਦੇ ਵੀ ਨਹੀਂ ਘਟਦਾ। ਤੁਸੀਂ ਦੇਖ ਲਓ, ਸਪੋਜ਼ ਕਰੋ, ਮੈਂ ਕਈ ਵਾਰ ਐਗਜ਼ਾਮਪਲ ਦਿੰਦਾ, ਸਾਡੇ ਕੋਲ ਜਿੰਨਾ ਵੀ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਹੋਵੇ, ਉਹਨੇ ਸਮਾਂ ਪਾ ਕੇ ਘਟ ਜਾਂਦੀ ਹੈ। ਅਕਸਰ ਹੀ ਕਹਿੰਦੇ ਜੀ ਮੇਰਾ ਸੁਣਨਾ ਘਟ ਗਿਆ, ਮੇਰੀ ਨਿਗਾਹ ਘਟ ਗਈ, ਠੀਕ ਹੈ, ਅੱਗੇ ਵਰਗੀ ਤਾਕਤ ਨਹੀਂ, ਹੁਣ ਕਮਜ਼ੋਰ ਹੋ ਗਿਆ ਸਰੀਰ ਦੀ ਤਾਕਤ ਘਟ ਗਈ। ਇਹ ਘਟਦਾ ਹੈ ਐਵਰੀਥਿੰਗ। ਜਿਹੜੀ ਚੀਜ਼ ਸਾਨੂੰ ਮਿਲੀ ਆ ਉਹ ਘਟਦੀ ਜਾ ਰਹੀ ਹੈ, ਉਮਰ ਵੀ ਘਟਦੀ ਆ। ਅਸੀਂ ਰੋਜ਼ ਹੀ ਪੜ੍ਹਦੇ ਹਾਂ, ਔਦ ਘਟ ਹੈ ਦਿਨ ਸਰਣੀ ਵੀ ਘਟ ਰਹੀ ਹੈ, ਐਵਰੀਥਿੰਗ ਘਟ ਰਿਹਾ ਹੈ, ਵੱਧਦਾ ਨਹੀਂ। ਸਵਾਸ ਵੀ ਘਟਦੇ ਨੇ, ਅਸੀਂ ਰੋਜ਼ ਹੀ ਪੜ੍ਹਦੇ ਵੀ ਜਿਹੜੇ ਸਵਾਸ ਨੇ ਇਹ ਵੱਧਦੇ ਥੋੜ੍ਹੀ ਨੇ, ਇਹ ਤਾਂ ਦਿਨ ਪ੍ਰਤੀ ਦਿਨ ਘਟਦੇ ਨੇ। ਫਿਰ ਵੱਧਦਾ ਕੀ ਹੈ? ਵੱਧਦਾ ਹੈ ਜੇ ਤੇਰੇ ਕੋਲ ਨਾਮ ਦਾ ਖਜ਼ਾਨਾ ਹੋਵੇ, ਉਹ ਵੱਧਦਾ ਹੈ। ਕਿਉਂ? ਕਿਉਂਕਿ ਗੁਰੂ ਮਹਾਰਾਜ ਕਹਿੰਦੇ ਇਹ ਭੰਡਾਰ ਹੀ ਐਸਾ ਹੈ, ਅਗਰ ਤੈਨੂੰ ਇਹ ਮਿਲ ਗਿਆ, ਇਹਨੇ ਘਟਣਾ ਨਹੀਂ, ਇਹ ਵੱਧੋ ਜਾਈ, ਵੱਧਦਾ ਜਾਂਦਾ ਹੈ, ਇਹ ਮੁੱਕਦਾ ਨਹੀਂ ਹੈ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਕਿਉਂਕਿ ਜਿਹੜੀ ਚੀਜ਼ ਖਰਚੀ ਜਾਂਦੀ ਹੈ, ਜਿਹੜੀ ਚੀਜ਼ ਖਾਧੀ ਜਾਂਦੀ ਉਹ ਮੁੱਕ ਜਾਂਦੀ ਹੈ। ਪਰ ਬਾਬਾ ਜੀ ਕਹਿੰਦੇ ਇਹ ਨਹੀਂ, ਖਾਤ ਖਰਚਤ ਬਿਲਛਤ ਰਹੇ, ਟੂਟ ਨਾ ਜਾਏ ਭੰਡਾਰ, ਹਰ ਹਰ ਜਪਤ ਅਨੇਕ ਜਨ, ਨਾਨਕ ਨਾਮ
सुमार। पर बंदा जपदा रहो, हर हर नाम जपत अनेक जन, नानक नाए सुमार। तो फिर बेशुमार है, बढ़ता जाता है, धन इकट्ठा होता जाता है। इसलिए पौड़ी अगे बाबा जी कहते, खखा खूना कछ नहीं, तिस समरथ कै पाहे। खखा अखर है इस बाणी का। खूना, जिहड़ा खूना शब्द है ना, खूना वैसे खूह तो खूना शब्द बनता है, पर यह ना कोई खूना शब्द है कमी, कमी घाट। कोई खिन, खिन शब्द भी, खूना शब्द भी, जिहड़ा भी महाराज कहते ये खखा खूना कछ नहीं, उहदे कोल कमी कोई नहीं है, कोई कमी नहीं भी उहदे कोल, रब दे कोल कोई कमी है ना। खखा खूना कछ नहीं, तिस समरथ कै पाहे। उस रब दे कोल समरथ है, कोई कमी नहीं हैगी, कुछ भी है, सब कुछ उहदे हत्थ विच है। क्योंकि क्योंकि कमी कमी उहदे कोल हुंदी है ना, जिहड़ा कोई अगे माल सप्लाई करे, पर वो तो मालिक ही है, वो तो नित नित सिरज रहा, हर चीज़ नूं सिरज रहा, कोई कमी थोड़ी हो सकती है, किसी भी चीज़ की कमी नहीं हैगी। असीं कहने जी रब ने सुआस नहीं दित्ती, इहदा मतलब सुआस भी रब दिंदा है। रब ने जी रब घरों ही सुआस मुक गए, इहदा मतलब देण वाला करता वो है, वो बख्श रहा है, इसलिए उहदे कोल कमी नहीं हैगी। फिर बस ये है वो परमात्मा जिहड़ा है उस रूप विच वरतदा है जिहड़ा उन्हें रूल बनाया है। जो देना सो दे रहो, भावें तह तह जाए। जो उन्हें देना है ना सो दे रहा। जे असीं कह दईए ना भी रब्बा आ फलाणे नूं सुआस ना दी, ये किवें हो सकदा है? जिन्नी मर्जी अरदास कर लो, उन्हें तो देनी नहीं। ये थोड़ी हो सकदा भी साडे क्या ते एवें हो जाएगा। जे असीं आपदे आप ही कही मैनूं सुआस ना दी, नहीं वो तो बाणी महाराज ने तो क्या जिहड़ा मृतक है, मृतक को पायो तन सासा, सुआस पा दिंदा है, जिंदगी बना दिंदा है, उहदे कोल कमी नहीं हैगी जीवन दान देण दी। जो देना सो दे रहे हो, भावें तह तह जाए, भावें तुसीं कित्थे मर्जी चले जाओ। सपोज करो बंदा कहंदा जी मैं इंडिया विच बैठा तो मैं इस तरह मुल्क छड़ के दूजी जगह तो चलिया, फिर की होएगा? फिर की होएगा? स्वास्थ्य फिर भी नाल मिलणगे, सूरज की रोशनी फिर भी मिलेगी, ऑक्सीजन फिर भी मिलेगी तेनों। तू थोड़ी कहेगा मैं नहीं, दुनिया तो यही तो है ना। एक होर मन करके असीं चाहे शरीर करके कि छड्ड जांगे, पर मन करके किसी कुछ भी नहीं छड्ड के जा सकते। मन साडे नाल ही, उही मन जिहड़ा इत्थे सोचदा है वो दूजी जगह ते सोचदा है, उहदे नाल की हुंदा है? तो जिथे मर्जी चले जाइए, मन तो नाल ही है ना। ये तो जेड़े पंज ने ना तो नाल ही जाणगे, ये नहीं छड्ड सकदे। घर छड्ड सकदा, जगह छड्ड सकदा, सब कुछ छड्ड जाता। जिहड़ी तेरे अंदर ईर्खा करन दी सुभाअ है, जिहड़ा तू बाबा जी कहंदे किसी भी रूप दे विच तेरे अंदर जिहड़ा मन है वो तो नाल ही जाएगा ना। वो थोड़ी छड्ड के छड्ड जाएंगे भी लो जी अज तो बंदे दैथ ही छड्ड के चलिया, नहीं ही है ना। जे तुसीं देखो मुल्कां दे विच जाके बड़ी हर थां दे उपर लड़ाइयां झगड़े जदों हुंदे ने ते बड़े गल्लां करदे हुंदे ने भी देखो जी इन्हां मुल्कां च भी आके ना ये लोग नहीं सुधरे। भाई जिहड़ा सुधरिया होया वो इस मुल्क च भी सुधरिया होया है, ये थोड़ी है भी जो उत्थे आके नहीं सुधरना। ये कोई मैटर नहीं है, क्योंकि जिहड़ा मन सीगा वो इस मुल्क च भी उही सी, ਉਹਦੇ ਵਿੱਚ भी बदलना तो इत्थे भी सी ते उत्थे भी सी। जे नहीं बदलिया भावें माफ़ी चाहांगे, गुरु की हजूरी च भी नहीं बदल सकता। सवाल है भी जिहड़ा माइंड करके असीं समान चक्किया ना वो नहीं छड्ड रहे, बॉडी करके तो छड्ड दिता। देश सोड़ परदेस धाया, पंच विकार नाल ही लै आया। बाबा कहंदे वो तो नाली चक्की होना सारा कुछ, ईर्खा तो नाली चक्की हुई है ना। हुंदा की है? यही नहीं है, क्योंकि वो चीज़ जिहड़ी है ना बाबा जी कहंदे वो तह तह जाए। जिहड़ी परमेश्वर दी घर दी चीज़ है, वस्तु है, वो तो नाल जाएगी। तू तो अपना मन जिहड़ा है ना इनू नहीं बदल सकिया, इनू बदलना सी। खर्च खजाना नाम धन या भगतन की रास। जिहड़े भगत हुंदे ने ना फिर वो जिथे भी जाण, तुसीं इत्थे बैठ के वाहिगुरू कह लो, घरे बह के कह लो, आसमान दे विच जहाज विच बैठ के कह लो, कितने मर्जी कह लो, ये थोड़ी है। वो तो नाल ही है ना, जबान दे उपर ही है। जे नहीं कहना गुरु कोले बैठ के भी नहीं कहा जाता है।
मतलब कि ये ਜਿਹੜਾ ਸ਼ਬਦ ਹੈ ਨਾ, ਖਰਚ ਖਜ਼ਾਨਾ ਨਾਮ ਧਨ, ਇਹ ਭਗਤ ਨੇ, ਜਿਹੜੇ ਭਗਤ ਨੇ ਨਾ ਰੱਬ ਦੇ ਨਾਮ ਵਾਲੇ, ਉਹਨਾਂ ਦੀ ਤਾਂ ਇਹੀ ਪੂੰਜੀ ਹੈ, ਪਰਮੇਸ਼ਰ ਦਾ ਨਾਮ। ਜਿਵੇਂ ਅਸੀਂ ਪੜ੍ਹਦੇ ਹਾਂ ਕਬੀਰ ਸਾਹਿਬ ਦੀ ਬਾਣੀ, ਉਹ ਕਹਿੰਦੇ ਕਿਨਹੀ ਬਣ ਜਿਆ ਕਾਂਸ਼ੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇੱਥੇ ਇਹ ਦੱਸਿਆ ਗਿਆ, ਇਹ ਐਗਜ਼ਾਮਪਲ ਹੀ ਹੈ ਇੱਕ ਤਰ੍ਹਾਂ ਦੀ। ਜਿਵੇਂ ਕਿਸੇ ਦੇ ਕੰਮ ਇਸ ਤਰ੍ਹਾਂ ਦੇ ਨੇ, ਜਿਵੇਂ ਨਾਮ ਦਾ ਪਰਮੇਸ਼ਰ ਦਾ ਕੰਮ ਹੈ, ਇਹ ਸਭ ਤੋਂ ਹੀਰਾ ਗਾ, ਹੀਰੇ ਦਾ ਵਪਾਰ ਹੈ। ਹੀਰਾ ਹਾਥ ਚੜਿਆ ਨਿਰਬੋਲਕ ਛੂਟ ਗਈ ਸੰਸਾਰੀ, ਹਰ ਕੇ ਨਾਮ ਕੇ ਵਿਆਪਾਰੀ। ਇਹ ਹੀਰਾ ਗਾ। ਤੇ ਬਾਕੀ ਕੀ ਆ, ਬਾਕੀ ਦੇ ਜਿਹੜੇ ਕੰਮ ਨੇ ਇਸ ਤਰ੍ਹਾਂ ਦੇ ਨੇ, ਜਿਵੇਂ ਜਿਵੇਂ ਕੋਈ ਕਾਸ਼ੀ ਦਾ ਕੰਮ ਕਰਦਾ, ਕੋਈ ਤਾਂਬੇ ਦਾ ਕੰਮ ਕਰਦਾ ਹੈ, ਕੋਈ ਲੋਹੇ ਦਾ ਕੰਮ ਕਰਦਾ ਹੈ, ਕੋਈ ਲੌਂਗ ਸੁਪਾਰੀ ਦਾ ਕੰਮ ਕਰਦਾ, ਇਹ ਸਾਡੇ ਕਰਮ ਨੇ, ਉਨੇ ਕੀ ਨੇ, ਬਸ ਉਸ ਤਰ੍ਹਾਂ ਚੱਲਦੇ ਨੇ। ਪਰ ਸਭ ਤੋਂ ਜਿਹੜਾ ਸ੍ਰੇਸ਼ਟ ਕੰਮ ਆ ਉਹ ਹੀਰੇ ਦਾ ਕੰਮ, ਉਹ ਕੀ ਆ, ਉਹ ਨਾਮ ਜਪਣਾ ਹੈ। ਕੋਈ ਪੁੰਨ ਦਾਨ ਕਰਦਾ ਹੈ, ਕੋਈ ਪਰਉਪਕਾਰ ਕਰਦਾ ਹੈ, ਕੋਈ ਭਲਾ ਕਰਦਾ ਹੈ। ਅਸੀਂ ਕਹਿੰਦੇ ਕਿੰਨੇ ਕੰਮ ਕਰਦੇ ਹਾਂ, ਕੋਈ ਮਾੜੇ ਕੰਮ ਥੋੜ੍ਹੀ ਨਹੀਂ, ਬਿਲਕੁਲ ਸਹੀ ਹੈ। ਪਰ ਇਹ ਵਣਜ ਉਹ ਵਣਜ ਨਹੀਂ ਹੈ ਜਿਹੜਾ ਭੰਡਾਰ ਵਾਲਾ ਹੈ। ਮਾਫੀ ਚਾਹਾਂਗਾ, ਕੋਈ ਦਾਨ ਕਰਕੇ ਵੀ ਕਹਿ ਦਿੰਦਾ ਨਾ, ਲਓ ਜੀ ਆਹ ਨਲਕਾ ਤਾਂ ਮੈਂ ਹੀ ਲਵਾਇਆ ਸੀ, ਆਹ ਗੁਰਦੁਆਰੇ ਦੇ ਆਹ ਫਲਾਣਾ ਕੰਮ ਮੈਂ ਹੀ ਕਰਾਇਆ ਸੀ। ਦਾਨ ਤਾਂ ਕਰਿਆ, ਉਹ ਕੰਮ ਤਾਂ ਕੀਤਾ, ਪਰ ਉਹਦੇ ਨਾਲ ਕੀ ਹੈ, ਹਉਮੈ ਖੜੀ ਹੈ। ਪਰ ਇਹ ਕੋਈ ਵੀ ਨਹੀਂ ਕਹਿ ਸਕਦਾ, ਨਾਮ ਜਪਿਆ ਜਿੰਨਾ ਮਰਜ਼ੀ ਜਪੀ ਜਾਏ। ਮੈਂ ਤਾਂ ਹੀ ਕਹਿੰਦਾ, ਸੰਗਤ ਵਿੱਚ ਜਦੋਂ ਅਸੀਂ ਨਾਮ ਜਪਦੇ ਨਾ, ਤੁਸੀਂ ਕਹੋ ਜੀ ਨਹੀਂ ਨਹੀਂ ਮੈਂ ਹੀ ਨਾਮ ਜਪਦਾ, ਹੋਰ ਵੀ ਜਪਦੇ ਨੇ, ਉੱਥੇ ਨਹੀਂ ਹੈ। ਇਸ ਲਈ ਕਹਿੰਦੇ ਕਿਨਹੀ ਬਣ ਜਿਆ ਕਾਸ਼ੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣ ਜਿਆ ਨਾਮ ਗੋਬਿੰਦ ਕਾ। ਉਹਨਾਂ ਦਾ ਬਣਜ ਕਿਹੜਾ ਹੈ, ਨਾਮ ਹੈ। ਇਹ ਬਣਜ ਹੀ ਹੈ। ਕੌਣ ਕਰਦਾ ਬਣਜ, ਸਾਡਾ ਮਨ ਬਣਜ ਕਰਦਾ, ਮਨ, ਮਨ ਸਾਡਾ ਬਣਜਾਰਾ ਹੈ। ਇਹ ਹਰ ਰਾਸ ਮੇਰੀ ਮਨ ਬਣਜਾਰਾ, ਸਾਡਾ ਮਨ ਬਣਜਾਰਾ ਹੈ। ਕੁਛ ਮਰਜੀ ਬਣਜ ਕਰੀ, ਸਾਰੀ ਜਿਹੜੀ ਬਣਜੀ ਕਰਦੇ, ਹੋਰ ਕਿ ਸਵੇਰ ਤੋਂ ਲੈ ਕੇ ਕੀ ਕਰ ਰਹੇ ਸੀ। ਐਵਰੀਥਿੰਗ ਯੋਗ 'ਚ ਸਾਡੀ ਥਿੰਕਿੰਗ 'ਚ ਚੱਲਦਾ ਹੈ, ਮਾਈਂਡ ਸਾਡਾ ਉਹਨੂੰ ਟਰੇਡ ਕਰ ਰਿਹਾ, ਵਪਾਰ ਹੈ ਉਹਦਾ ਮਨ ਦਾ, ਮਨ ਬਣਜਾਰਾ ਹੈ। ਪਰ ਜਦੋਂ ਇਹ ਮਨ ਗੁਰੂ ਦੀ ਗੱਲ ਨੂੰ ਸੋਚਦਾ ਹੈ, ਸ਼ਬਦ ਦੀ ਗੱਲ ਨੂੰ ਸੋਚਦਾ ਹੈ, ਫਿਰ ਇਹ ਵਪਾਰੀ ਹੈ। ਪਰ ਜਦੋਂ ਇਹ ਪਰਮੇਸ਼ਰ ਦੇ ਨਾਲ ਲੀਨ ਹੋ ਜਾਂਦਾ, ਫਿਰ ਨਾਮ ਦਾ ਵਪਾਰੀ ਬਣਦਾ ਹੈ। ਨਾਮ ਕੇ ਵਿਆਪਾਰੀ ਹਰ ਕੇ, ਨਾਮ ਕੇ ਵਿਆਪਾਰੀ, ਨਾਮ ਨਾਮ ਕੇ ਵਿਆਪਾਰੀ ਹਰ ਕੇ, ਨਾਮ ਕੇ ਵਿਆਪਾਰੀ, ਨਾਮ ਬਣਜ ਇਨਸਾਨ ਦੇ ਸਾਡੇ ਸੁਭਾਅ ਵਿੱਚ ਹੈ। ਸਾਰੀ ਗੱਲ ਹੀ ਮਾਈਂਡ ਦੀ ਹੈ। ਜਦੋਂ ਮਨ ਬੈਡ ਹੈਬਿਟਸ ਜਿਹੜੀਆਂ ਨੇ, ਬੁਰਾਈਆਂ ਨੇ, ਇਹ ਛੱਡਦਾ ਜਾਂਦਾ ਹੈ, ਇਹ ਮਾੜੇ ਬਣਜ ਛੱਡ ਦਿੰਦਾ ਹੈ। ਇਹ ਮਾੜੇ ਬਣਜ ਨੇ। ਮਹਾਰਾਜ ਕਹਿੰਦੇ ਵਣਜ ਕਰੋ ਵਣਜਾਰਿਓ, ਵੱਖਰ ਲਿਓ ਸਮਾਲ, ਤੈਸੀ ਵਸਤ ਵਸਾਈ ਹੈ, ਜੈਸੀ ਨਿਭ ਹੈ ਨਾਲ, ਜਿਹੜੀ ਤੇਰੇ ਭਲਾ ਵਾਸਤੇ ਹੋਵੇ। ਖੋਟੇ ਬਣਜ ਨਾ ਬਣਜੀਏ, ਮਨ ਤਨ ਖੋਟਾ ਹੋਏ। ਬਣਜੀ ਹੈ ਨਾ, ਕਿਸ ਤਰ੍ਹਾਂ ਦਾ ਇਨਸਾਨੀਅਤ, ਮਤਲਬ ਜਿਵੇਂ ਤੁਸੀਂ ਕਹ ਲਓ ਬੰਦਾ ਆਪਣੀ ਈਗੋ, ਆਪਣਾ ਹੰਕਾਰ ਸਭ ਕੁਝ ਨਾਲ ਲੈ ਕੇ ਆਉਂਦਾ। ਜਸਟ 2-4 ਦਿਨ ਪਹਿਲਾਂ ਤੁਸੀਂ ਦੇਖਿਆ ਮੀਡੀਆ ਦੇ ਉੱਤੇ ਇੱਕ ਸਿੱਖ ਬੱਚੀ ਦੇ ਨਾਲ ਕਿ ਜੋ ਕੁਝ ਕੀਤਾ ਜਾਂਦਾ ਹੈ, ਔਰ ਖਾਸ ਕਰ ਵੀ ਕੌਣ ਨਹੀਂ, ਔਰਤਾਂ ਹੀ ਕਰ ਰਹੀਆਂ ਨੇ। ਉਹਦੇ ਵਾਲ ਕੱਟੇ ਜਾਂਦੇ ਨੇ, ਕੁੱਟਿਆ ਮਾਰਿਆ ਜਾ ਰਿਹਾ ਹੈ, ਫਿਰ ਉਹਦੇ 'ਤੇ ਜਿਹੜਾ ਉਧਰ ਮੂੰਹ ਕਾਲਾ ਕੀਤਾ ਜਾਂਦਾ, ਜੁੱਤੀਆਂ ਪਾਈਆਂ, ਵੀ ਸਭ ਔਰਤਾਂ ਨੇ। ਇਹ ਤੁਸੀਂ ਅਮੇਜ਼ ਕਰੋ। ਮਾਫੀ ਚਾਹਾਂਗਾ, ਮੈਂ ਕੋਈ ਇਸ ਗੱਲ ਦੀ ਉਹ ਨਹੀਂ ਕਰ ਰਿਹਾ ਵੀ ਉਹ ਕਿੱਥੋਂ। ਅਸੀਂ ਕਹਿੰਦੇ ਨਾ ਇੱਕ ਤਰ੍ਹਾਂ ਸਹਿਣਸ਼ੀਲਤਾ ਦੀ ਮੂਰਤ ਹੈ, ਪ੍ਰੇਮ ਦੀ ਮੂਰਤ ਹੈ, ਮਮਤਾ ਦੀ ਮੂਰਤ। ਆ ਵੀ ਤਾਂ ਰੂਪ ਹੈ ਨਾ, ਇਹ ਵੀ ਤਾਂ ਰੂਪ ਹੈ, ਉਸੇ ਔਰਤਾਂ ਦੇ ਰੂਪ ਹੈ ਨਾ। ਕਿਆ ਉਹਨਾਂ ਦੇ ਅੰਦਰੋਂ ਕਿਆ ਬਲਾਦ ਨਿਕਲ ਰਿਹਾ ਹੈ, ਤਰਸ ਨਹੀਂ ਕੋਈ ਆ ਰਿਹਾ ਹੈਗਾ। ਇਹ ਕੀ ਆ, ਇਹ ਹੈ ਇਹ ਬਣਜ, ਉਹ ਬਣਜ ਜਿਹੜਾ ਬੈਡ ਬਣਜ ਹੈ। ਇਹ ਸਭ ਵਿੱਚ ਪਏ ਨੇ, ਇਹ ਨਹੀਂ ਕੋਈ ਹੈਗਾ, ਹਰ ਵਿੱਚ। ਜਿਹੜੇ ਬਣਜ ਤੋਂ ਨਿਕਲ ਜਾਂਦੇ ਨੇ ਉਹ ਸੰਤੀ ਰੂਪ ਵਿੱਚ ਜਾਂਦੇ ਨੇ ਹਰ ਇਨਸਾਨ ਦੇ ਵਿੱਚ। ਦੇਖੋ ਜਿਹੜੀ ਸਾਡੀ ਰੂਹ ਹੈ ਨਾ, ਸਾਡਾ ਮਨ, ਮੈਨੂੰ ਕੋਈ ਦੱਸ ਦਿਓ ਤੁਹਾਡੇ ਵਿੱਚੋਂ ਕੋਈ ਮਨ, ਵੀ ਮਨ ਦਾ ਕੋਈ ਜੈਂਡਰ ਕੀ ਹੈ। ਮਨ ਇਸਤਰੀ ਹੈ ਜਾਂ ਮਨ ਪੁਰਖ ਹੈ? ਮਨ ਤਾਂ ਮਨ ਹੀ ਹੈ ਨਾ, ਔਰਤ ਦਾ ਵੀ ਬੰਦੇ ਦਾ ਵੀ। ਜਿਹੜੀ ਰੂਹ ਹੈ, रूह कोई भी नहीं, रूह औरत भी नहीं, रूह मर्द भी नहीं, रूह सारे दी लाइट है।
ਸਰੀਰ ਕਰਕੇ ਬॉडी ਕਰਕੇ ਅਸੀਂ ਵੱਖਰੇ ਹਾਂ, ਪਰ ਜਿਹੜੇ ਆਤਮਾ ਤੇ ਮਨ ਕਰਕੇ ਉਹ ਸੇਮ ਹੈ ਸਾਡੇ 'ਚ। ਫਿਰ ਔਰਤ ਵਿੱਚ ਵੀ ਮਨ ਹੈ ਤੇ ਬੰਦੇ ਵਿੱਚ ਵੀ ਮਨ ਹੈ। ਉਹ ਜਿਹੜਾ ਮਨ ਹੈ ਨਾ, ਜੋ ਉਹਦੇ 'ਚ ਫੁਰਨੇ ਆ ਰਹੇ ਨੇ, ਕ੍ਰੋਧ ਉਹਦੇ 'ਚ ਵੀ ਆਉਂਦਾ, ਉਹਦੇ 'ਚ ਵੀ ਆਉਂਦਾ, ਈਰਖਾ ਉਹਦੇ 'ਚ ਵੀ ਜਾਗਦੀ, ਉਹਦੇ 'ਚ ਵੀ ਜਾਗਦੀ ਹੈ। ਉਹ ਜਦ ਤੱਕ ਮਨ ਨਹੀਂ ਸ਼ਾਂਤ ਹੋਏਗਾ, ਗੁਰੂ ਦੇ ਸ਼ਬਦ ਵਿਚਾਰ ਨਾਲ ਨਹੀਂ ਜੁੜੇਗਾ, ਉਹਨਾਂ ਚਿਰ ਜਿਹੜੇ ਉਹਦੇ ਵਣਜ ਨੇ, ਆਹ ਵਾਲੇ ਗਣਜ ਨੇ, ਇਹ ਬਣ ਜਾਏਗਾ। ਬਈ ਅਗਰ ਤੁਸੀਂ ਇਸ ਤਰ੍ਹਾਂ ਦੀ ਸਥਿਤੀ ਹੈ, ਉਹਨੂੰ ਬੰਦਾ, ਕੋਈ ਵੀ ਬੰਦਾ, ਤੁਸੀਂ 50-60 ਔਰਤਾਂ ਨੇ ਉਹਨੂੰ ਖਿੱਚੀ ਜਾ ਰਹੀਆਂ ਨੇ, ਕਿਆ ਹੈ, ਕਿੱਥੇ ਮਤਲਬ ਜਿਹੜੀ ਉਹ ਮਮਤਾ ਵਾਲੀ ਲਾਈਨ ਹੈ, ਕਿੱਥੇ ਕ੍ਰੋਸ ਕਰਦੇ ਪਏ? ਕਿਉਂਕਿ ਇਹੀ ਮਨ ਦੀ ਵਿਰਤੀ ਹੈ ਭਾਈ। ਇਹ ਮਨ ਦੀ ਪਿਕਚਰ ਹੈ, ਸਾਡੇ ਮਾਈਂਡ ਦੀ ਪਿਕਚਰ ਵੀ। ਦੇਖੋ ਜੀ, ਮੈਂ ਤਾਂ ਕੁਝ ਹੋਰ ਹੀ ਸਮਝਦਾ ਜੀ, ਮੂੰਹ ਤੋਂ ਤਾਂ ਬੜਾ ਭੋਲਾ ਲੱਗਦਾ, ਆ ਤਾਂ ਤਸਵੀਰ ਹੀ ਕੁਝ ਹੋਰ ਨਿਕਲੇ। ਜਦੋਂ ਬੰਦਾ ਮੈਂਟਲੀ ਤੌਰ 'ਤੇ ਆਪਣੇ ਹਾਵ ਭਾਵ ਬਾਹਰ ਨੂੰ ਪ੍ਰਗਟ ਆਉਂਦੇ ਨੇ, ਫਿਰ ਪਤਾ ਲੱਗਦਾ ਉਹ ਨਹੀਂ, ਇਹ ਤਾਂ ਬਾਹਰ ਕੋਈ ਤਸਵੀਰ ਕੋਈ ਹੋਰ ਹੈ। ਦੈਟ ਇਜ਼ ਮਾਈਂਡ ਪਿਕਚਰ ਹੈ, ਸਾਡੇ ਮਨ ਦੀ ਉਹ ਤਸਵੀਰ ਹੁੰਦੀ ਹੈ ਅਸਲੀਅਤ ਜਦੋਂ ਬੰਦਾ ਪੇਸ਼ ਕਰਦਾ ਹੈ। ਬਾਹਰਲੀ ਤਸਵੀਰਾਂ ਜਿਹੜੀਆਂ ਆਹ ਵਾਲੀਆਂ, ਇਹ ਤਾਂ ਅਸੀਂ ਦੇਖ ਕੇ ਕਹਿ ਸਕਦੇ ਹਾਂਗੇ, ਬਾਹਰੋਂ ਤਾਂ ਪਹਿਰਾਵਾ ਪਾ ਕੇ ਕਹਿ ਸਕਦੇ ਜੀ ਬੜਾ ਭੋਲਾ ਹੈ, ਕੋਈ ਸਾਧੂ ਤੁਰਿਆ ਜਾਂਦਾ ਹੈ। ਅੰਦਰਲੀ ਪਿਕਚਰ ਕਿਹੜੀ ਹੈ? ਉਹ ਪਿਕਚਰ ਉਦੋਂ ਪੇਸ਼ ਹੁੰਦੀ ਹੈ, ਉਹ ਕਿਹਦੇ ਆ? ਆਹ ਜਿਹੜੇ ਆਹ ਵਣਜ ਕਰਦੇ ਨੇ। ਸਾਹਿਬ ਬਾਬਾ ਜੀ ਕਹਿੰਦੇ ਚਾਹੀਦਾ ਕੀ ਸੀ? ਆ ਦੇਖੋ ਅੱਗੇ ਲਿਖਿਆ ਹੈ, ਖਿਮਾ ਗਰੀਬੀ ਆਨੰਦ ਸਹਿਜ। ਖਿਮਾ ਕੀ ਆ? ਕਿਸੇ ਨੂੰ ਮਾਫ ਕਰ ਦੇਣਾ। ਕਿੱਥੇ ਗਿਆ ਉਹ? ਗਿਆ ਗੁਰੂ ਬਾਦਸ਼ਾਹ ਨੇ ਬਾਣੀ 'ਚ ਇਹ ਵੀ ਇੱਥੇ ਇਕੱਲਾ ਕੀ ਹੈ ਗੱਲ, ਮਹਾਰਾਜ ਕਹਿੰਦੇ ਜਹਾਂ ਖਿਮਾ ਤਹਿ ਆਪ, ਜਹਾਂ ਲੋਭ ਤਹਾਂ ਪਾਪ ਹੈ। ਜਿੱਥੇ ਲੋਭ ਹੋਏਗਾ, ਕੋਈ ਨਾ ਕੋਈ ਕਿਸੇ ਰੀਜਨ ਹੋਏਗਾ, ਉੱਥੇ ਪਾਪ ਹੋਊਗਾ। ਜਿੱਥੇ ਖਿਮਾ ਹੋਏਗੀ, ਉੱਥੇ ਰੱਬ ਹੋਏਗਾ। ਇਸੇ ਕਰਕੇ ਤਾਂ ਸਾਡੇ ਘਰ ਦਾ ਸਿਧਾਂਤ ਹੈ, ਅਕਾਲ ਤਖਤ ਤੇ ਭਾਵੇਂ 100 ਵਾਰੀ ਬੰਦਾ ਪੇਸ਼ ਹੋ ਜੇ, 5 ਪਿਆਰਿਆਂ ਮੂਹਰੇ 100 ਵਾਰੀ ਪੇਸ਼ ਹੋ ਜੇ, ਤੇ 5 ਪਿਆਰਿਆਂ ਦੀ ਇਹ ਇੱਕ ਰੂਲ 'ਚ ਆਉਂਦਾ ਗਾ ਵੀ ਉਹਨੂੰ ਮਾਫ ਕਰਨਾ ਹੈ। ਜਦੋਂ ਮਰਜ਼ੀ ਆ ਜੇ, ਜਿਸ ਤਰ੍ਹਾਂ ਦਾ ਮਰਜ਼ੀ ਆ ਜੇ, ਪੇਸ਼ ਹੋ ਜਾਏ। ਕਿਉਂਕਿ ਖਿਮਾ ਹੈ। ਸਤਿਗੁਰ ਨਹੀਂ ਬਖਸ਼ਦਾ ਹੈ, ਇੱਕ ਵਾਰੀ ਥੋੜੀ ਹੈ, ਰੋਜ਼ ਆਪ ਪੜ੍ਹਦੇ ਨੇ, ਲੇਖੇ ਕਤੇ ਨਾ ਛੁੱਟੀ ਹੈ। ਖਿਨ ਮੀਨ ਜਸਟ ਇੱਕ ਸੈਕਿੰਡ ਅਸੀਂ ਗਲਤ ਕਰਤੇ ਹਾਂ, ਗਲਤੀ ਕਰਕੇ ਫਿਰ ਗਲਤੀ ਕਰਦੇ ਹਾਂ, ਗਲਤੀ ਕਰਕੇ ਫਿਰ ਗਲਤੀ ਕਰਦੇ ਹਾਂ। ਉਹ ਕਹਿੰਦੇ ਖਿਨ ਭੁੱਲਣ ਹਾਰ, ਪਰ ਬਖਸ਼ਣ ਹਾਰਾ ਬਖਸ਼ ਲੈ। ਉਹ ਬਖਸ਼ਣ ਹਾਰਾ ਹੈ, ਬਖਸ਼ਦਾ ਹੈ ਹਮੇਸ਼ਾ ਹੀ, ਆਲਵੇਜ਼। ਬਖਸ਼ਣ ਹਾਰਾ ਬਖਸ਼ ਲੈ, ਨਾਨਕ ਪਾਰ ਉਤਾਰ। ਉਹਦਾ ਸੁਭਾਅ ਇਹ ਹੈ, ਅਗਰ ਰੱਬ ਦੀ ਨੇੜਤਾ ਚਾਹੀਦੀ ਹੈ ਤੇ ਆਹ ਸੁਭਾਅ ਹੋਣੇ ਚਾਹੀਦੇ ਨੇ। ਕਹਿੰਦੇ ਖਿਮਾ ਕੀ ਹੈ? ਮਾਫੀ ਦੇਣੀ। ਅਗਰ ਇਹ ਜਿਹੜਾ ਗੁਣ ਹੈ ਨਾ ਖਿਮਾ ਦਾ, ਬੰਦਾ ਮਾਫੀ ਮੰਗਣੀ ਹੋਰ ਚੀਜ਼ ਹੈ, ਪਰ ਮਾਫ ਕਰਨਾ ਉਸ ਤੋਂ ਵੀ ਵੱਡੀ ਗੱਲ ਹੈ। ਕਿਸੇ ਤੋਂ ਮਾਫੀ ਮੰਗੇ, ਮੈਂ ਗਲਤੀ ਕੀਤੀ, ਮੈਂ ਮਾਫੀ ਮੰਗ ਲਈ, ਉਸ ਬੰਦੇ ਨੂੰ ਮਾਫ ਕਰ ਦੇਣਾ ਬਹੁਤ ਵੱਡੀ ਗੱਲ ਹੈ। ਪਰ ਉਹ ਕਿਉਂ ਅਲੱਗ, ਅੱਛਾ ਠੀਕ ਹੈ ਜੀ ਕਹਿਤਾ, ਮੇਰੇ ਕੋਲ ਮਾਫੀਆਂ ਮੰਗੀਆਂ ਨੇ, ਫਿਰ 10 ਬੰਦਿਆਂ ਨੂੰ ਦੱਸਦਾ ਵੀ ਹੈ। ਆਫਟਰ ਜਦੋਂ ਮਾਫੀ ਮੰਗ ਲਈ, ਤੁਸੀਂ ਮਾਫ ਕਰ ਹੀ ਦਿੱਤਾ, ਫਿਰ ਤਾਂ ਕੋਈ ਬਲੇਮ ਰਹਿ ਹੀ ਨਹੀਂ ਜਾਂਦਾ ਨਾ। ਫਿਰ ਵੀ ਬੰਦਾ ਕਹਿੰਦਾ ਦੇਖਿਆ ਮੈਂ ਮਾਫੀਆਂ ਮੰਗਾਈਆਂ ਨੇ, ਉਹਦਾ ਮਤਲਬ ਕੀ ਹੁਣ ਮਾਫੀ ਦੇਣ ਵਾਲਾ ਈਗੋ 'ਚ ਹੈ, ਮਾਫੀ ਮੰਗਣ ਵਾਲਾ ਛੁੱਟ ਗਿਆ ਹੈ। ਮਾਫੀ ਕਿਵੇਂ ਦੇਣੀ ਹੈ? ਮਾਫੀ ਦੇ ਦਿੱਤੀ, ਬਿਲਕੁਲ ਗੱਲ ਹੀ ਖਤਮ ਹੋ ਗਈ ਬਸ। ਕਿਉਂ ਮੈਂ ਜ਼ਿਕਰ ਕਰਾਂ? ਮੈਨੂੰ ਉਹਨੇ ਮਾਫੀ ਮੰਗ ਲਈ, ਗੱਲ ਖਤਮ ਬਸ। ਪਰ ਇਹੀ ਬਾਬਾ ਕਹਿੰਦੇ ਜਿਹੜਾ ਖਿਮਾ ਹੈ ਨਾ, ਖਿਮਾ ਇਹ ਬਹੁਤ ਵੱਡੀ ਹੈ, ਸਭ ਤੋਂ ਵੱਡੀ ਜਿਹੜੀ ਤਾਕਤ ਹੈ ਖਿਮਾ। ਇਹ ਨਿਮਰਤਾ ਵਿੱਚ ਆਉਂਦੀ। ਮਾਫੀ ਬੰਦਾ ਹਰੇਕ ਮੰਗਦਾ ਵੀ ਨਹੀਂ, ਕਿਸੇ ਲੋੜ ਅਨੁਸਾਰ ਮੰਗ ਵੀ ਲਏ, ਪਰ ਮਾਫ ਕਰਨਾ ਇਹ ਬਹੁਤ ਵੱਡਾ ਗੁਣ ਹੈ। ਖਿਮਾ ਕਰ ਦੇਣਾ, ਮਾਫ ਕਰ ਦੇਣਾ। ਤੇ ਗੁਰੂ ਮਹਾਰਾਜ ਅੱਗੇ ਕਹਿੰਦੇ ਗਰੀਬੀ ਕੀ ਹੁੰਦੀ ਹੈ? ਗਰੀਬੀ ਸਾਡੀ ਬਾਡੀ ਕਰਕੇ ਨਹੀਂ ਹੈ, ਸਰੀਰ ਕਰਕੇ ਗਰੀਬੀ ਨਹੀਂ ਹੈ। ਜੇ ਐਵੇਂ ਦੇਖੋਗੇ ਫਿਰ ਤਾਂ ਤੁਸੀਂ ਕਹੋ ਭਗਤ ਨਾਮਦੇਵ ਜੀ ਗਰੀਬ ਸਨ, ਬਾਬਾ ਰਵਿਦਾਸ ਜੀ ਕੀ ਗਰੀਬੀ ਸੀ, ਛੱਪਰੀ 'ਚ ਟੁੱਟੀ 'ਚ ਸਾਰਾ ਜ਼ਿੰਦਗੀ ਗੁਜ਼ਾਰ ਗਏ, ਕੀ ਕਰਨਾ ਸੀ ਇਹਨੇ? ਨੋ। ਪਰ ਜੋ ਉਹ ਲਿਖ ਗਏ, ਉਹਨਾਂ ਵਰਗੀ ਅਮੀਰੀ ਕੋਈ ਨਹੀਂ ਹੈਗੀ ਕਿਸੇ ਕੋਲ। ਅਸਲੀਅਤ ਇਹ ਗਰੀਬੀ ਕਾਹਦੀ ਹੈ? ਗੁਰੂ ਬਾਬਾ ਜੀ ਕਹਿੰਦੇ ਮਨ ਦੀ ਗਰੀਬੀ ਹੈ। ਜਿਨ੍ਹਾਂ ਦੀ ਮਨ ਦੀ ਗਰੀਬੀ ਹੁੰਦੀ ਹੈ, ਇਸ ਕਰਕੇ ਇਹਨਾਂ ਦਾ ਨਾਂ ਹੀ ਇਹ ਪਿਆ, ਗਰੀਬ ਨਵਾਜ ਗੁਸਈਆ ਮੇਰਾ, ਗਰੀਬ ਨਵਾਜ ਗੁਸਈਆ ਮੇਰਾ। ਇੱਥੇ ਗਰੀਬ ਮਤਲਬ ਪੈਸੇ ਕਰਕੇ ਨਹੀਂ, ਮਨ ਦੀ ਗਰੀਬੀ ਵਾਲਾ ਜਿਹੜਾ ਬੰਦਾ ਮਨ ਕਰਕੇ ਗਰੀਬ ਆ, ਉਹਨੂੰ ਗੁਸਈਆਂ ਨੂੰ ਨਿਵਾਜਣ ਵਾਲਾ ਏ। ਉਹ ਕਹਿੰਦਾ ਤੈਨੂੰ ਕੋਈ ਨਹੀਂ ਪੁੱਛਦਾ, ਮੈਂ ਪੁੱਛਦਾ ਤੈਨੂੰ।
ਉਹ ਗਰੀਬ ਨਵਾਜ਼ ਹੈ। ਫਿਰ ਕੀ ਕਰਦਾ? ਮਾਥੇ ਛਤਰ ਤਰੇ। ਉਹ ਸਿਰ ਦੇ ਉੱਤੇ, ਮੱਥੇ ਦੇ ਉੱਤੇ ਐਸੀ ਤਾਕਤ ਦੇ ਦਿੰਦਾ, ਮੱਥੇ ਦੇ ਉੱਤੇ ਇੱਕ ਐਸਾ ਛਤਰ ਧਰ ਦਿੰਦਾ, ਲੋਕ ਉਹਦੀ ਜੈ ਜੈਕਾਰ ਕਰਦੇ ਨੇ। ਇਸ ਲਈ ਕਹਿੰਦੇ ਖਿਮਾ, ਗਰੀਬੀ, ਆਨੰਦ, ਸਹਿਜ, ਇਹ 4 ਗੁਣ ਨੇ। ਜਿਹੜਾ ਆਨੰਦ ਹੈ ਇਹ ਵੀ ਆਮ ਨਹੀਂ ਮਿਲਦਾ, ਸਹਿਜ ਅਵਸਥਾ ਇਹ ਵੀ ਆਮ ਨਹੀਂ ਮਿਲਦੀ। ਜਿਹੜੀ ਬੰਦੇ ਕੋਲ ਗਰੀਬੀ ਹੈ, ਨਿਮਰਤਾ, ਇਹ ਵੀ ਆਮ ਨਹੀਂ ਮਿਲਦੀ। ਕਹਿਣ ਨਾਲ ਥੋੜ੍ਹੀ ਜਿਹੀ ਬੜੀ ਨਿਮਰਤਾ ਹੈ। ਮੈਂ ਅਕਸਰ ਹੀ ਕਈ ਵਾਰੀ ਬੇਨਤੀ ਕਰਦਾ ਹੁੰਦਾ ਵੀ ਐਵੇਂ ਨਹੀਂ ਵੀ ਮੈਂ ਕਹੀ ਬੜਾ ਜੀ ਨਿਮਰਤਾ ਵਾਲਾ ਜੀ, ਬੜਾ ਨਿਮਰਤਾ, ਉਹ ਤਾਂ ਪਤਾ ਲੱਗ ਜਾਂਦਾ ਨਾ ਉਦੋਂ ਨਿਮਰਤਾ ਦਾ। ਜਿਵੇਂ ਕੋਈ ਸਟੇਜ 'ਤੇ ਬੋਲ ਰਿਹਾ ਸੀ ਜੀ, ਦਾਸ ਨੂੰ ਹੁਕਮ ਕਰੋ, ਦਾਸ ਨੂੰ ਐਵੇਂ ਕਰੋ, ਦਾਸ ਨੂੰ ਐਵੇਂ ਕਰੋ। ਉਹ ਬੋਲ ਰਿਹਾ ਸੀ ਅਤੇ ਉਹ ਜਦੋਂ ਬੋਲ ਕੇ ਨੀਚੇ ਥੱਲੇ ਗਿਆ ਅਤੇ ਕਿਸੇ ਨੇ ਆਵਾਜ਼ ਮਾਰ ਲਈ, ਉਹ ਦਾਸ ਗੱਲ ਸੁਣ ਕੇ ਜਾ। ਉਹ ਉਹਦੇ ਗਲ ਪੈ ਗਿਆ, ਤੂੰ ਮੈਨੂੰ ਦਾਸ ਕਿਉਂ ਕਿਹਾ? ਇਹ ਕਹਿਣ ਦੀ ਨਹੀਂ, ਗਰੀਬੀ ਅੰਦਰ ਦੀ ਹੈ। ਬਾਬਾ ਪੈਂਦਾ ਸੱਚਖੰਡ, 9 ਨਿਧ ਨਾਮ ਗਰੀਬੀ ਪਾਈ। ਗੁਰੂ ਨਾਨਕ ਭਾਈ ਗੁਰਦਾਸ ਜੀ ਕਹਿੰਦੇ ਸਭ ਤੋਂ ਪਹਿਲਾਂ ਇੱਕੋ ਹੀ ਚੀਜ਼ ਲੈ ਆਏ ਸੱਚਖੰਡ 'ਚੋਂ, ਕੀ? ਗਰੀਬੀ। ਗਰੀਬੀ ਗਦਾ ਹਮਾਰੀ, ਤਾਕਤ ਹੈ ਕਹਿੰਦੇ ਸਾਡੀ। ਇਹ ਨਿਮਰਤਾ ਵਾਲੀ ਗਰੀਬੀ ਹੈ, ਪੈਸੇ ਵਾਲੀ ਗਰੀਬੀ ਨਹੀਂ ਹੈ, ਜਿਹੜੀ ਬਾਹਰਲੀ ਗਰੀਬੀ ਕਹਿੰਦੇ ਨਾ। ਇਸ ਕਰਕੇ ਤੁਸੀਂ ਬਹੁਤਿਆਂ ਨੂੰ ਦੇਖਿਆ ਹੋਵੇਗਾ, ਜਿਹੜੇ ਰੱਬ ਦੇ ਪਿਆਰੇ ਨੇ ਉਹ ਇਹਨਾਂ ਚੀਜ਼ਾਂ ਤੋਂ ਕਹਿੰਦੇ ਪਰੇ ਰੱਖੋ, ਇਹਨਾਂ ਨੂੰ ਮੈਟਰ ਹੀ ਨਹੀਂ ਕਰਦੇ ਹੈਗੇ। ਇਹ ਗਰੀਬੀ ਨਹੀਂ, ਇਹ ਗਰੀਬੀ ਉਹ ਗਰੀਬੀ ਹੈ ਜਿਹੜੀ ਮਨ ਦੀ ਗਰੀਬੀ ਹੈ, ਜਿੱਥੇ ਈਗੋ ਨਹੀਂ ਹੈਗੀ, ਹੰਕਾਰ ਨਹੀਂ ਹੈਗਾ, ਲੋਭ ਨਹੀਂ ਹੈਗਾ। ਤਾਂ ਕਹਿੰਦੇ ਖਿਮਾ, ਗਰੀਬੀ, ਆਨੰਦ, ਸਹਿਜ, ਜਪਤ ਰਹੇ ਗੁਣ ਤਾਸ। ਇਹ ਗੁਣਾਂ ਨੂੰ ਜਪਦਾ ਰਹੋ। ਆਹ ਗੁਣ ਚਾਹੀਦੇ ਨੇ ਕੋਲੇ। ਜੇ ਇਹ ਗੁਣ ਨੇ ਨਾ, ਆਨੰਦ ਤਾਂ ਹੀ ਮਿਲੇਗਾ, ਸਹਿਜ ਤਾਂ ਹੀ ਮਿਲੇਗਾ, ਸੰਤੋਖ ਤਾਂ ਹੀ ਮਿਲੇਗਾ, ਰੱਬੀ ਨੇੜਤਾ ਤਾਂ ਹੀ ਮਿਲੇਗੀ, ਤਾਂ ਹੀ ਤੂੰ ਮਾਣ ਸਕਦਾ। ਗੁਣਾ ਕਰਕੇ ਭਗਤੀ ਹੈ, ਬਿਨ ਗੁਣ ਕੀਤੇ ਭਗਤੀ ਵੀ ਨਹੀਂ ਹੈਗੀ। ਜੇ ਗੁਣ ਹੀ ਨਹੀਂ ਹੈਗੇ ਤੇਰੇ ਗੇਮਾਂ ਹੀ ਨਹੀਂ। ਦੇਖੋ ਮੈਂ ਅਕਸਰ ਕਈ ਵਾਰੀ ਬਿਆਨ ਕਰਦਾ, ਜਿਸ ਰੱਬ ਨਾਲ ਤੁਸੀਂ ਜੇ ਗੱਲਾਂ ਕਰਨੀਆਂ ਨੇ ਤੇ ਰੱਬ ਵਾਲੀ ਭਾਸ਼ਾ ਚਾਹੀਦੀ ਹੈ, ਰੱਬ ਵਾਲੀ ਲੈਂਗੁਏਜ ਚਾਹੀਦੀ ਹੈ। ਅਗਰ ਸਾਡੀ ਲੈਂਗੁਏਜ ਹੀ ਨਹੀਂ ਮਿਲਦੀ, ਅਸੀਂ ਡਿਸਕਸ਼ਨ ਕਿਵੇਂ ਕਰ ਸਕਦੇ ਹਾਂ ਦੂਜੇ ਨਾਲ? ਜਿਸ ਬੰਦੇ ਨੂੰ ਇੱਕ ਦੂਜੇ ਦੀ ਭਾਸ਼ਾ ਹੀ ਨਹੀਂ ਸਮਝ ਪੈਂਦੀ, ਉਹ ਗੱਲ ਕਿਵੇਂ ਕਰਨਗੇ? ਜਿਹਦੀ ਗੁਰੂ ਦੀ ਭਾਸ਼ਾ ਹੀ ਨਹੀਂ ਸਮਝ ਆ ਰਹੀ, ਜੋ ਗੁਰੂ ਕਹਿ ਰਿਹਾ ਉਹਨੂੰ ਸਮਝ ਹੀ ਨਹੀਂ ਲੱਗ ਰਿਹਾ, ਇਹਦਾ ਮਤਲਬ ਕੀ ਹੈ? ਉਹਨੇ ਫਿਰ ਗੱਲ ਕਿੱਥੋਂ ਮੰਨੇਗਾ? ਜੋ ਰੱਬ ਦੀ ਭਾਸ਼ਾ ਹੈ, ਜੋ ਰੱਬ ਦਾ ਪਹਿਰਾਵਾ ਹੈ, ਜੋ ਰੱਬ ਦੇ ਗੁਣ ਨੇ, ਉਹ ਤੇਰੇ ਕੋਲੇ ਆਉਣ। ਮਈਆ ਕੇ ਗੁਣ, ਉਹ ਉਹਨਾਂ ਨੂੰ ਲੈ ਕੇ ਆਉਣਾ ਪਏਗਾ। ਤਾਂ ਗੁਰੂ ਪਾਤਸ਼ਾਹ ਕਹਿੰਦੇ ਖਿਮਾ, ਗਰੀਬੀ, ਆਨੰਦ, ਸਹਿਜ, ਜਪਤ ਰਹੇ ਗੁਣ ਤਾਸ। ਫਿਰ ਕੀ ਖੇਲੇ? ਫਿਰ ਸੰਸਾਰ ਦੀ ਖੇਡ ਖੇਡਦਾ, ਖੇਲੈ ਬਿਗਸੈ, ਖੁਸ਼ ਹੁੰਦਾ ਹੈ। ਆਨੰਦ ਸਿਉ ਜਾ ਕੋ ਹੋਤ ਕਿਰਪਾਲ, ਜਿਹਦੇ ਤੇ ਉਹਦੀ ਕਿਰਪਾ ਹੋ ਜਾਂਦੀ ਹੈ, ਫਿਰ ਉਹ ਜੀਵ ਇਹਦੇ ਵਿੱਚ ਖੇਡਦਾ ਹੈ, ਇਹਨੂੰ ਮਾਣਦਾ ਹੈ, ਇੰਜੋਏ ਕਰਦਾ ਹੈ। ਅੱਗੇ ਲਾਸਟ ਪੰਕਤੀਆਂ ਵਿੱਚ ਕਹਿੰਦੇ ਸਦੀਵ ਗਨੀਵ ਸੁਹਾਵਣੇ ਰਾਮ ਨਾਮ ਗ੍ਰਹਿ ਮਾਲ। ਸਦੀਵ ਸਦਾ ਲਈ, ਗਨੀਵ ਦਾ ਮਤਲਬ ਹੁੰਦਾ ਹੈ, ਗਨੀਵ ਅਮੀਰ ਹੁੰਦਾ ਹੈ, ਧਨਾਨ ਹੁੰਦਾ ਹੈ। ਸੁਹਾਵਣੇ ਰਾਮ ਨਾਮ ਗ੍ਰਹਿ ਮਾਲ, ਜਿਹੜੇ ਰਾਮ ਦੇ ਨਾਮ ਦੇ ਨਾਲ ਲੱਦ ਜਾਂਦੇ ਨੇ, ਜਿਹਨਾਂ ਕੋਲ ਰਾਮ ਦਾ ਨਾਮ ਲੱਦਿਆ ਹੁੰਦਾ ਹੈ, ਉਹ ਅਮੀਰ ਹੁੰਦੇ ਨੇ। ਖੇਦ ਨਾ ਦੁੱਖ ਨਾ ਡਾਨ ਤੈ ਜਾ ਕੋ ਨਦਰ ਕਰੀ। ਫਿਰ ਉਹਨਾਂ ਨੂੰ ਕਿਸੇ ਚੀਜ਼ ਦਾ ਰੁਕਾਵਟ ਕੋਈ ਨਹੀਂ, ਉਹਨਾਂ ਨੂੰ ਦੁੱਖ ਕੋਈ ਨਹੀਂ, ਉਹਨਾਂ ਨੂੰ ਕੋਈ ਡੰਨ ਨਹੀਂ ਲੱਗ ਸਕਦਾ। ਅਤੇ ਜਾ ਕੋ ਨਦਰ ਕਰੇ, ਜਿਨ੍ਹਾਂ 'ਤੇ ਉਹਦੀ ਨਦਰ ਹੁੰਦੀ ਹੈ। ਨਾਨਕ ਜੋ ਪ੍ਰਭ ਭਾਣਿਆ ਪੂਰੀ